ਓਮ ਸ਼ਾਂਤੀ। ਅੱਜ ਸੁਣਦੇ ਹਾਂ 13 ਜੂਨ 2022 ਦੇ ਬਾਬਾ ਦੀ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਇਹ ਪਾਠਸ਼ਾਲਾ ਹੈ ਨਰ ਤੋਂ ਨਾਰਾਇਣ ਬਣਨ ਦੀ। ਪੜ੍ਹਾਉਣ ਵਾਲਾ ਸਵਯੰ ਸਤ ਬਾਪ, ਸਤ ਸਿੱਖਿਅਕ, ਸਤ ਗੁਰੂ ਹੈ। ਤੁਸੀਂ ਇਸ ਨਿਸ਼ਚੇ ਵਿੱਚ ਪੱਕਾ ਰਹਿਣਾ ਹੈ। ਪ੍ਰਸ਼ਨ ਹੈ, ਤੁਸੀਂ ਬੱਚਿਆਂ ਨੂੰ ਕਿਸ ਗੱਲ ਦਾ ਜ਼ਰਾ ਵੀ ਫਿਕਰ ਨਹੀਂ ਹੋਣਾ ਚਾਹੀਦਾ? ਕਿਉਂ? ਤੁਸੀਂ ਬੱਚਿਆਂ ਨੂੰ ਕਿਸ ਗੱਲ ਦਾ ਜ਼ਰਾ ਵੀ ਫਿਕਰ ਨਹੀਂ ਹੋਣਾ ਚਾਹੀਦਾ? ਕਿਉਂ? ਉੱਤਰ, ਅਗਰ ਚਲਦੇ ਚਲਦੇ ਹਾਰਟ ਫੇਲ ਹੋ ਜਾਂਦਾ, ਕੋਈ ਸਰੀਰ ਛੱਡ ਦਿੰਦਾ, ਤੁਹਾਨੂੰ ਫਿਕਰ ਨਹੀਂ ਹੋਣਾ ਚਾਹੀਦਾ, ਕਿਉਂਕਿ ਤੁਸੀਂ ਜਾਣਦੇ ਹੋ ਹਰੇਕ ਨੇ ਆਪਣੀ ਐਕਟ ਕਰਨੀ ਹੈ। ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਆਤਮਾ ਗਿਆਨ ਤੇ ਯੋਗ ਦੇ ਸੰਸਕਾਰ ਨਾਲ ਲੈ ਕੇ ਗਈ, ਹੋਰ ਹੀ ਭਾਰਤ ਦੀ ਚੰਗੀ ਸੇਵਾ ਕਰੇਗੀ। ਫਿਕਰ ਦੀ ਕੋਈ ਗੱਲ ਨਹੀਂ, ਇਹ ਤਾਂ ਡਰਾਮਾ ਦੀ ਭਾਵੀ ਬਣੀ ਹੋਈ ਹੈ। ਗੀਤ ਹੈ, ਤੁਮੀ ਹੋ ਮਾਤਾ ਪਿਤਾ, ਤੁਮੀ ਹੋ ਬੰਧੂ, ਸਖਾ ਤੁਮੀ ਹੋ। ਓਮ ਸ਼ਾਂਤੀ। ਬਾਪ ਬੱਚਿਆਂ ਨੂੰ ਸਮਝਾਉਂਦੇ ਨੇ, ਬੱਚੇ ਜਾਣਦੇ ਨੇ। ਬਾਬਾ ਵੀ ਬੱਚੇ ਕਹਿ ਬੁਲਾਉਂਦੇ ਨੇ। ਇਹ ਬਾਪ ਦਾਦਾ ਦੋਵੇਂ ਕੰਬਾਈਨਡ ਨੇ। ਪਹਿਲੇ ਬਾਪ ਦਾਦਾ, ਫਿਰ ਬੱਚੇ। ਇਹ ਨਵੀਂ ਰਚਨਾ ਹੋਈ ਨਾ। ਬਾਪ ਰਾਜਯੋਗ ਵੀ ਸਿਖਾ ਰਹੇ ਨੇ, ਹੂ ਬਹੂ 5000 ਵਰੇ ਪਹਿਲੇ ਮੁਆਫਿਕ ਫਿਰ ਤੋਂ ਸਾਨੂੰ ਰਾਜਯੋਗ ਸਿਖਾ ਰਹੇ ਨੇ। ਭਗਤੀ ਮਾਰਗ ਵਿੱਚ ਫਿਰ ਉਹਨਾਂ ਦੇ ਕਿਤਾਬ ਬਣਾ ਕੇ ਉਸ ਨੂੰ ਗੀਤਾ ਕਹਿ ਦਿੱਤਾ, ਪਰ ਇਸ ਸਮੇਂ ਗੀਤਾ ਦੀ ਕੋਈ ਗੱਲ ਨਹੀਂ। ਇਹ ਪਿੱਛੇ ਸ਼ਾਸਤਰ ਬਣਾਏ, ਉਸ ਨੂੰ ਕਹਿ ਦਿੱਤਾ ਸ਼੍ਰੀਮਦ ਭਾਗਵਤ ਗੀਤਾ, ਸਹਿਜ ਰਾਜਯੋਗ ਦੀ ਪੁਸਤਕ। ਭਗਤੀ ਮਾਰਗ ਵਿੱਚ ਪੁਸਤਕ ਪੜ੍ਹਨ ਨਾਲ ਫਾਇਦਾ ਨਹੀਂ ਹੋਏਗਾ। ਐਵੇਂ ਹੀ ਸਿਰਫ ਸ਼ਿਵ ਨੂੰ ਯਾਦ ਕਰਨ ਨਾਲ ਵਰਸਾ ਨਹੀਂ ਮਿਲ ਸਕਦਾ। ਐਵੇਂ ਨਹੀਂ, ਸਿਰਫ ਸ਼ਿਵ ਨੂੰ ਯਾਦ ਕਰਨ ਨਾਲ ਕੋਈ ਵਰਸਾ ਨਹੀਂ ਮਿਲ ਸਕਦਾ। ਵਰਸਾ ਸੰਗਮ ਤੇ ਹੁਣੇ ਹੀ ਮਿਲ ਸਕਦਾ ਹੈ। ਬਾਪ ਹੈ ਹੀ ਬੇਹੱਦ ਦਾ ਵਰਸਾ ਦੇਣ ਵਾਲਾ। ਵਰਸਾ ਵੀ ਦੇਣਗੇ ਸੰਗਮ ਤੇ। ਬਾਪ ਰਾਜਯੋਗ ਸਿਖਾਉਂਦੇ ਨੇ। ਦੂਜੇ ਜੋ ਵੀ ਸੰਨਿਆਸੀ ਆਦਿ ਸਿਖਾਉਂਦੇ, ਉਹਨਾਂ ਦੇ ਸਿਖਾਉਣ ਤੇ ਇਹਨਾਂ ਵਿੱਚ ਰਾਤ ਦਿਨ ਦਾ ਫਰਕ ਹੈ। ਉਹਨਾਂ ਦੀ ਬੁੱਧੀ ਵਿੱਚ ਗੀਤਾ ਰਹਿੰਦੀ। ਸਮਝਦੇ ਹੈ ਕ੍ਰਿਸ਼ਨ ਨੇ ਗੀਤਾ ਸੁਣਾਈ, ਵਿਆਸ ਨੇ ਲਿਖੀ। ਪਰ ਗੀਤਾ ਤਾਂ ਨਾ ਕ੍ਰਿਸ਼ਨ ਨੇ ਸੁਣਾਈ ਸੀ, ਨਾ ਉਸ ਸਮੇਂ ਸੀ, ਨਾ ਕ੍ਰਿਸ਼ਨ ਦਾ ਰੂਪ ਹੋ ਸਕਦਾ ਹੈ। ਬਾਬਾ ਸਭ ਗੱਲਾਂ ਕਲੀਅਰ ਕਰਕੇ ਸਮਝਾਉਂਦੇ ਨੇ। ਕਹਿੰਦੇ ਨੇ ਹੁਣ ਜੱਜ ਕਰੋ। ਉਹਨਾਂ ਦਾ ਨਾਂ ਵੀ ਬਾਲਾ ਹੈ। ਸੱਚ ਦੱਸਣ ਵਾਲਾ ਨਰ ਤੋਂ ਨਾਰਾਇਣ ਬਣਾ ਸਕਦਾ ਹੈ। ਤੁਸੀਂ ਬੱਚੇ ਜਾਣਦੇ ਹੋ, ਅਸੀਂ ਨਰ ਤੋਂ ਨਾਰਾਇਣ ਬਣਨ ਦੇ ਲਈ ਇਸ ਪਾਠਸ਼ਾਲਾ ਰੁਦਰ ਗਿਆਨ ਯੱਗ ਵਿੱਚ ਬੈਠੇ ਹਾਂ। ਸ਼੍ਰੀ ਬਾਬਾ ਅਕਸ਼ਰ ਚੰਗਾ ਲੱਗਦਾ ਹੈ, ਬਰੋਬਰ ਬਾਪ ਤੇ ਦਾਦਾ ਜ਼ਰੂਰ ਹੈ। ਇਸ ਨਿਸ਼ਚੈ ਨਾਲ ਤੁਸੀਂ ਆਏ ਹੋ। ਬਾਪ ਬ੍ਰਹਮਾ ਦੁਆਰਾ ਸਾਰੇ ਵੇਦ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਨੇ, ਸਮਝਾ ਰਹੇ ਨੇ। ਹੁਣ ਤੁਹਾਨੂੰ ਤ੍ਰਿਕਾਲਦਰਸ਼ੀ ਬਣਾ ਰਹੇ ਨੇ। ਐਵੇਂ ਨਹੀਂ ਕਿ ਤੁਸੀਂ ਤ੍ਰਿਲੋਕੀ ਨਾਥ ਬੰਦੇ ਹੋ, ਨਹੀਂ, ਤੁਸੀਂ ਨਾਥ ਤਾਂ ਬੰਦੇ ਹੋ ਸਿਰਫ ਇੱਕ ਸ਼ਿਵਪੁਰੀ ਦੇ। ਉਹਨਾਂ ਨੂੰ ਲੋਕ ਨਹੀਂ ਕਹਾਂਗੇ। ਲੋਕ ਮਨੁੱਖ ਸ੍ਰਿਸ਼ਟੀ ਨੂੰ ਕਿਹਾ ਜਾਂਦਾ ਹੈ। ਮਨੁੱਖ ਲੋਕ, ਚੈਤਨਯ ਲੋਕ, ਉਹ ਹੈ ਨਿਰਾਕਾਰੀ ਲੋਕ। ਤੁਹਾਨੂੰ ਸਿਰਫ ਤ੍ਰਿਲੋਕੀ ਦੀ ਨੌਲੇਜ ਸੁਣਾਉਂਦੇ ਨੇ, ਤ੍ਰਿਲੋਕੀ ਦਾ ਨਾਥ ਨਹੀਂ ਬਣਾਉਂਦੇ। ਤਿੰਨਾਂ ਲੋਕਾਂ ਦਾ ਗਿਆਨ ਮਿਲਿਆ, ਇਸ ਲਈ ਤ੍ਰਿਕਾਲਦਰਸ਼ੀ ਕਿਹਾ ਜਾਂਦਾ ਹੈ। ਲਕਸ਼ਮੀ ਨਾਰਾਇਣ ਨੂੰ ਤ੍ਰਿਲੋਕੀਨਾਥ ਨਹੀਂ ਕਹਾਂਗੇ। ਵਿਸ਼ਨੂੰ ਨੂੰ ਵੀ ਤ੍ਰਿਲੋਕੀਨਾਥ ਨਹੀਂ ਕਹਾਂਗੇ। ਉਹਨਾਂ ਨੂੰ ਤਿੰਨਾਂ ਲੋਕਾਂ ਦਾ ਗਿਆਨ ਹੀ ਨਹੀਂ। ਲਕਸ਼ਮੀ ਨਾਰਾਇਣ ਜੋ ਬਚਪਨ ਵਿੱਚ ਰਾਧੇ ਕ੍ਰਿਸ਼ਨ ਨੇ, ਉਹਨਾਂ ਨੂੰ ਵੀ ਤ੍ਰਿਲੋਕੀ ਦਾ ਗਿਆਨ ਨਹੀਂ। ਤੁਹਾਨੂੰ ਤ੍ਰਿਕਾਲਦਰਸ਼ੀ ਬਣਨਾ ਹੈ, ਨੌਲੇਜ ਲੈਣੀ ਹੈ।
ਬਾਕੀ ਕ੍ਰਿਸ਼ਨ ਦੇ ਲਈ ਕਹਿ ਦਿੱਤਾ ਕਿ ਉਹ ਤ੍ਰਿਲੋਕੀਨਾਥ ਸੀ, ਪਰ ਨਹੀਂ। ਤਿੰਨਾਂ ਲੋਕਾਂ ਦਾ ਨਾਥ ਉਹਨਾਂ ਨੂੰ ਕਹਾਂਗੇ ਜੋ ਰਾਜ੍य ਕਰੇ। ਉਹ ਸਿਰਫ ਵੈਕੁੰਠ ਨਾਥ ਬੰਦੇ ਨੇ, ਸਵਰਗ ਦੇ ਮਾਲਕ ਬੰਦੇ ਨੇ। ਸਾਜੁਗ ਨੂੰ ਵੈਕੁੰਠ ਕਿਹਾ ਜਾਂਦਾ ਹੈ, ਤ੍ਰੇਤਾ ਨੂੰ ਵੈਕੁੰਠ ਨਹੀਂ ਕਹਾਂਗੇ। ਇਸ ਲੋਕ ਵਿੱਚ ਅਸੀਂ ਨਾਥ ਨਹੀਂ ਬਣ ਸਕਦੇ। ਬਾਬਾ ਵੀ ਸਿਰਫ ਬ੍ਰਹਮ ਮਹਤੱਤਵ ਦਾ ਨਾਥ ਹੈ। ਬ੍ਰਹਮਾਂਡ ਜਿਸ ਵਿੱਚ ਅਸੀਂ ਸਾਰੀਆਂ ਆਤਮਾਵਾਂ ਆਂਡੇ ਮਿਸਲ ਰਹਿੰਦੀਆਂ ਹਾਂ, ਉਹਨਾਂ ਦਾ ਮਾਲਿਕ ਹੈ। ਬ੍ਰਹਮਾ ਵਿਸ਼ਨੂੰ ਸ਼ੰਕਰ ਸੁੱਖਾ ਵਤਨ ਵਿੱਚ ਰਹਿਣ ਵਾਲੇ ਨੇ। ਉਹ ਉੱਥੋਂ ਦੇ ਨਾਥ ਕਹਾਂਗੇ। ਤੁਸੀਂ ਬੰਦੇ ਹੋ ਵੈਕੁੰਠ ਨਾਥ। ਉਹ ਹੈ ਸੁੱਖਮ ਵਤਨ ਦੀ ਗੱਲ, ਇਹ ਹੈ ਮੂਲ ਵਤਨ ਦੀ ਗੱਲ। ਸਿਰਫ ਤੁਸੀਂ ਹੀ ਤ੍ਰਿਕਾਲਦਰਸ਼ੀ ਬਣ ਸਕਦੇ ਹੋ। ਤੁਹਾਡਾ ਤੀਜਾ ਨੇਤਰ ਖੁੱਲਿਆ ਹੈ, ਦਿਖਾਉਂਦੇ ਨੇ। ਪ੍ਰਗਟੀ ਦੇ ਵਿੱਚ ਤੀਜਾ ਨੇਤਰ ਹੈ, ਇਸ ਲਈ ਤ੍ਰਿਨੇਤਰੀ ਕਹਿੰਦੇ ਨੇ। ਪਰ ਇਹ ਨਿਸ਼ਾਨੀ ਦੇਵਤਾਵਾਂ ਨੂੰ ਦਿੰਦੇ ਨੇ, ਕਿਉਂਕਿ ਜਦੋਂ ਤੁਹਾਡੀ ਕਰਮਾਤੀਤ ਅਵਸਥਾ ਹੋ ਜਾਂਦੀ ਹੈ, ਉਦੋਂ ਤੁਸੀਂ ਤ੍ਰਿਨੇਤਰੀ ਬੰਦੇ ਹੋ। ਉਹ ਇਸ ਸਮੇਂ ਦੀ ਗੱਲ ਹੈ। ਬਾਕੀ ਉਹ ਤਾਂ ਗਿਆਨ ਦਾ ਸ਼ੰਖ ਨਹੀਂ ਵਜਾਉਂਦੇ, ਉਹਨਾਂ ਨੇ ਫਿਰ ਸਥੂਲ ਸ਼ੰਖ ਲਿਖ ਦਿੱਤਾ। ਇਹ ਸਾਰੀ ਮੂੰਹ ਦੀ ਗੱਲ ਹੈ। ਇਸ ਤੋਂ ਤੁਸੀਂ ਗਿਆਨ ਸ਼ੰਖ ਵਜਾਉਂਦੇ ਹੋ, ਮੂੰਹ ਤੋਂ ਤੁਸੀਂ ਗਿਆਨਦਾਨ ਦਿੰਦੇ ਹੋ, ਗਿਆਨ ਸ਼ੰਖ ਵਜਾਉਂਦੇ ਹੋ, ਨੌਲੇਜ ਪੜ੍ਹ ਰਹੇ ਹੋ। ਜਿਵੇਂ ਵੱਡੀ ਯੂਨੀਵਰਸਿਟੀ ਵਿੱਚ ਨੌਲੇਜ ਪੜ੍ਹਦੇ ਨੇ। ਇਹ ਹੈ ਪਤੀਤ ਪਾਵਨ ਗੋਡ ਫਾਦਰਲੀ ਯੂਨੀਵਰਸਿਟੀ। ਕਿੰਨੀ ਵੱਡੀ ਯੂਨੀਵਰਸਿਟੀ ਦੇ ਤੁਸੀਂ ਸਟੂਡੈਂਟ ਹੋ। ਨਾਲ ਨਾਲ ਇਹ ਵੀ ਤੁਸੀਂ ਜਾਣਦੇ ਹੋ ਕਿ ਸਾਡਾ ਬਾਬਾ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ, ਸਭ ਕੁਝ ਹੈ। ਇਹ ਮਾਤਾ ਪਿਤਾ ਹਰ ਹਾਲਤ ਵਿੱਚ ਸੁੱਖ ਦੇਣ ਵਾਲੇ ਨੇ। ਇਸ ਲਈ ਕਹਿੰਦੇ ਨੇ ਤੁਮ ਮਾਤ ਪਿਤਾ ਹਮ ਬਾਲਕ ਤੇਰੇ। ਉਹ ਹੈ ਸਕਰੀਨ, ਬਹੁਤ ਮਿੱਠਾ। ਦੇਵਤਾਵਾਂ ਜਿਹਾ ਮਿੱਠਾ ਕਦੇ ਕੋਈ ਹੋ ਨਾ ਸਕੇ। ਬੱਚੇ ਜਾਣਦੇ ਨੇ ਭਾਰਤ ਬਹੁਤ ਸੁਖੀ, ਐਵਰ ਹੈਲਦੀ, ਐਵਰ ਵੈਲਦੀ ਸੀ। ਬਿਲਕੁਲ ਪਵਿੱਤਰ ਸੀ। ਕਿਹਾ ਵੀ ਜਾਂਦਾ ਹੈ ਵਾਇਸਲੈਸ ਭਾਰਤ, ਨਿਰਵਿਕਾਰੀ ਭਾਰਤ। ਹੁਣ ਨਹੀਂ ਕਹਾਂਗੇ, ਹੁਣ ਤਾਂ ਵਿਸ਼ੇਸ਼ ਪਤਿਤ ਕਹਾਂਗੇ। ਬਾਬਾ ਕਿੰਨਾ ਸਹਿਜ ਕਰਕੇ ਸਮਝਾ ਰਹੇ ਨੇ। ਬਾਪ ਤੇ ਵਰਸੇ ਨੂੰ ਜਾਣ ਜਾਂਦੇ ਹੋ। ਬਾਬਾ ਕਿੰਨਾ ਮਿੱਠਾ ਬਣਾਉਂਦੇ ਨੇ। ਤੁਸੀਂ ਵੀ ਫੀਲ ਕਰਦੇ ਹੋ। ਸਾਨੂੰ ਸ਼੍ਰੀਮਤ ਤੇ ਪੜ੍ਹਨਾ ਤੇ ਪੜ੍ਹਾਉਣਾ ਹੈ, ਇਹੀ ਧੰਦਾ ਹੈ। ਬਾਕੀ ਕਰਮ ਭੋਗ ਤਾਂ ਜਨਮ ਜਨਮਾਂਤਰ ਦਾ ਬਹੁਤ ਹੈ ਨਾ। ਸਮਝੋ ਕੋਈ ਬਿਮਾਰ ਪੈਂਦਾ ਹੈ, ਕੱਲ ਹਾਰਟ ਫੇਲ ਹੋ ਜਾਂਦਾ ਹੈ, ਤਾਂ ਸਮਝਿਆ ਜਾਏਗਾ ਭਾਵੀ ਡਰਾਮਾ ਦੀ। ਉਹਨਾਂ ਨੂੰ ਸ਼ਾਇਦ ਹੋਰ ਪਾਠ ਵਜਾਣਾ ਹੋਏਗਾ। ਇਸ ਲਈ ਦੁੱਖ ਦੀ ਗੱਲ ਨਹੀਂ ਰਹਿੰਦੀ। ਡਰਾਮਾ ਅਟਲ ਹੈ। ਉਹਨਾਂ ਨੂੰ ਦੂਜਾ ਪਾਠ ਵਜਾਣਾ ਹੈ। ਫਿਕਰ ਦੀ ਕੀ ਗੱਲ ਹੈ। ਹੋਰ ਹੀ ਭਾਰਤ ਦੀ ਚੰਗੀ ਸੇਵਾ ਕਰਨਗੇ, ਕਿਉਂਕਿ ਸੰਸਕਾਰ ਚੰਗੇ ਨਾਲ ਲੈ ਜਾਂਦੇ ਨੇ ਨਾ। ਕੋਈ ਦੇ ਕਲਿਆਣ ਕਰੇ ਅਰਥ ਖੁਸ਼ ਹੋਣਾ ਚਾਹੀਦਾ ਹੈ। ਸਮਝਾਉਂਦੇ ਰਹਿੰਦੇ ਨੇ ਅੰਮਾ ਮਰੇ ਤਾਂ ਵੀ ਹਲਵਾ ਖਾਣਾ, ਬੀਬੀ ਮਰੇ ਤਾਂ ਵੀ ਹਲਵਾ। ਇਸ ਵਿੱਚ ਸਾਰੀ ਸਮਝ ਚਾਹੀਦੀ ਹੈ। ਤੁਸੀਂ ਜਾਣਦੇ ਹੋ ਅਸੀਂ ਐਕਟਰ ਹਾਂ। ਹਰੇਕ ਨੂੰ ਆਪਣਾ ਐਕਟ ਕਰਨਾ ਹੈ। ਡਰਾਮਾ ਵਿੱਚ ਨੂੰਦ ਹੈ। ਇੱਕ ਸਰੀਰ ਛੱਡ ਦੂਜਾ ਪਾਠ ਵਜਾਣਾ ਹੈ। ਇੱਥੋਂ ਜਿਨ ਸੰਸਕਾਰਾਂ ਨਾਲ ਜਾਵਾਂਗੇ, ਉੱਥੇ ਗੁਪਤ ਵੀ ਸਰਵਿਸ ਹੀ ਕਰਾਂਗੇ। ਆਤਮਾ ਵਿੱਚ ਸੰਸਕਾਰ ਤਾਂ ਰਹਿੰਦੇ ਹੈ ਨਾ। ਜੋ ਸਰਵਿਸੇਬਲ ਬੱਚੇ ਨੇ ਉਹ ਮੁੱਖ ਨੇ। ਮਾਨ ਵੀ ਉਹਨਾਂ ਦਾ ਹੁੰਦਾ ਹੈ। ਸਰਵਿਸ ਕਰਨ ਵਾਲੇ, ਭਾਰਤ ਦਾ ਕਲਿਆਣ ਕਰਨ ਵਾਲੇ ਸਿਰਫ ਤੁਸੀਂ ਬੱਚੇ ਹੋ। ਬਾਕੀ ਹੋਰ ਸਭ ਅਕਲਿਆਣ ਹੀ ਕਰਦੇ ਰਹਿੰਦੇ, ਪਤਿਤ ਬਣਾਉਂਦੇ ਨੇ। ਸਮਝੋ ਕੋਈ ਫਸਟ ਕਲਾਸ ਸੰਨਿਆਸੀ ਮਰਦਾ ਹੈ, ਉਹ ਐਵੇਂ ਬੈਠ ਜਾਂਦੇ ਅਸੀਂ ਸਰੀਰ ਛੱਡ ਬ੍ਰਹਮ ਵਿੱਚ ਜਾ ਕੇ ਲੀਨ ਹੋ ਜਾਵਾਂਗੇ। ਉਹ ਜਾ ਕੇ ਕੋਈ ਦਾ ਕਲਿਆਣ ਨਹੀਂ ਕਰ ਸਕਦੇ, ਕਿਉਂਕਿ ਉਹ ਕੋਈ ਕਲਿਆਣਕਾਰੀ ਬਾਪ ਦੀ ਸੰਤਾਨ ਥੋੜੀ ਹੈ। ਤੁਸੀਂ ਕਲਿਆਣਕਾਰੀ ਬਾਪ ਦੀ ਸੰਤਾਨ ਹੋ। ਤੁਸੀਂ ਕਿਸੇ ਦਾ ਅਕਲਿਆਣ
ਨਹੀਂ ਕਰ ਸਕਦੇ। ਤੁਸੀਂ ਜਾਓਗੇ ਕਲਿਆਣ ਅਰਥ। ਇਹ ਹੈ ਪਤਿਤ ਦੁਨੀਆ। ਬਾਪ ਦਾ ਆਰਡੀਨੈਂਸ ਨਿਕਲਿਆ ਹੈ, ਫਰਮਾਨ ਨਿਕਲਿਆ ਹੈ। ਹੁਣ ਇਹ ਭੋਗ ਬਲ ਦੀ ਰਚਨਾ ਨਹੀਂ ਚਾਹੀਦੀ। ਇਹ ਤਮੋ ਪ੍ਰਧਾਨ ਹੈ। ਅੱਧਾ ਕਲਪ ਤੋਂ ਤੁਸੀਂ ਇੱਕ ਦੋ ਨੂੰ ਕਾਮ ਕਟਾਰੀ ਤੋਂ ਦੁੱਖ ਦਿੰਦੇ ਆਏ ਹੋ। ਇਹ ਰਾਵਣ ਦੇ 5 ਭੂਤ ਜੋ ਤੁਹਾਨੂੰ ਦੁੱਖ ਦਿੰਦੇ ਨੇ, ਇਹ ਤੁਹਾਡੇ ਵੱਡੇ ਦੁਸ਼ਮਣ ਨੇ। ਬਾਕੀ ਕੋਈ ਸੋਨੇ ਦੀ ਲੰਕਾ ਆਦਿ ਸੀ ਨਹੀਂ। ਇਹ ਸਭ ਗੱਲਾਂ ਬੈਠ ਬਣਾਈਆਂ ਨੇ। ਬਾਪ ਕਹਿੰਦੇ ਨੇ ਇਹ ਤਾਂ ਬੇਹੱਦ ਦੀ ਗੱਲ ਹੈ। ਸਾਰੀ ਮਨੁੱਖ ਸ੍ਰਿਸ਼ਟੀ ਇਸ ਸਮੇਂ ਰਾਵਣ ਦੀ ਜੰਜੀਰਾਂ ਵਿੱਚ ਬੰਨੀ ਹੋਈ ਹੈ। ਮੈਗਜ਼ੀਨ ਵਿੱਚ ਇੱਕ ਫੋਟੋ ਵੀ ਨਿਕਲਿਆ ਕਿ ਸਭ ਰਾਵਣ ਦੇ ਪਿੰਜੜੇ ਵਿੱਚ ਪਏ ਨੇ। ਸਭ ਸ਼ੋਕ ਵਾਟਿਕਾ ਵਿੱਚ ਨੇ। ਅਸ਼ੋਕ ਵਾਟਿਕਾ ਨਹੀਂ, ਅਸ਼ੋਕਾ ਹੋਟਲ ਵੀ ਨਹੀਂ। ਇਹ ਸਭ ਸ਼ੋਕ ਦੀਆਂ ਹੋਟਲਾਂ ਨੇ। ਬਹੁਤ ਗੰਦ ਕਰਦੇ ਨੇ। ਤੁਸੀਂ ਬੱਚੇ ਜਾਣਦੇ ਹੋ ਸਵੱਛ ਕੌਣ, ਗੰਦੇ ਕੌਣ। ਹੁਣ ਤੁਸੀਂ ਫੂਲ ਬਣ ਰਹੇ ਹੋ। ਤੁਸੀਂ ਬੱਚੇ ਸਮਝਦੇ ਹੋ। ਆਤਮਾ ਦੇ ਰਿਕਾਰਡ ਵਿੱਚ ਕਿੰਨਾ ਵੱਡਾ ਪਾਠ ਨੁੰਦਿਆ ਹੋਇਆ ਹੈ। ਇਹ ਬੜੀ ਵੰਡਰਫੁਲ ਗੱਲਾਂ ਨੇ। ਛੋਟੀ ਜਿਹੀ ਆਤਮਾ ਵਿੱਚ ਅਵਿਨਾਸ਼ੀ ਪਾਠ 84 ਜਨਮਾਂ ਦਾ ਭਰਿਆ ਹੋਇਆ ਹੈ। ਕਹਿੰਦੇ ਵੀ ਨੇ ਅਸੀਂ ਪਤਿਤ ਤਮੋ ਪ੍ਰਧਾਨ ਹਾਂ। ਹੁਣ ਹੈ ਐਂਡ। ਖੂਨੇ ਨਾਹਕ ਖੇਲ ਹੈ ਨਾ। ਇੱਕ ਬੰਬ ਨਾਲ ਕਿੰਨੇ ਮਰ ਪੈਂਦੇ ਨੇ ਤੁਸੀਂ ਜਾਣਦੇ ਹੋ। ਹੁਣ ਪੁਰਾਣੀ ਦੁਨੀਆ ਰਹਿਣੀ ਨਹੀਂ। ਇਹ ਪੁਰਾਣਾ ਸਰੀਰ ਪੁਰਾਣੀ ਦੁਨੀਆ ਹੈ। ਸਾਨੂੰ ਤਾਂ ਨਵੀਂ ਦੁਨੀਆ ਵਿੱਚ ਨਵਾਂ ਸਰੀਰ ਮਿਲਣਾ ਹੈ। ਇਸ ਲਈ ਪੁਰਸ਼ਾਰਥ ਕਰ ਰਹੇ ਹਾਂ ਸ਼੍ਰੀਮਤ ਤੇ। ਜ਼ਰੂਰ ਇਹ ਸਭ ਬੱਚੇ ਉਹਨਾਂ ਦੇ ਮਦਦਗਾਰ ਨੇ। ਸ਼੍ਰੀ ਦੀ ਸ਼੍ਰੀਮਤ ਤੇ ਅਸੀਂ ਸ਼੍ਰੀ ਲਕਸ਼ਮੀ ਸ਼੍ਰੀ ਨਾਰਾਇਣ ਬੰਦੇ ਹਾਂ। ਵਾਈਸ ਪ੍ਰੈਜ਼ੀਡੈਂਟ ਨੂੰ ਪ੍ਰੈਜ਼ੀਡੈਂਟ ਥੋੜ੍ਹੀ ਕਹਾਂਗੇ। ਇਹ ਤਾਂ ਹੋ ਨਹੀਂ ਸਕਦਾ। ਪੱਥਰ ਪਿੱਤਰ ਵਿੱਚ ਭਗਵਾਨ ਕਿਵੇਂ ਅਵਤਾਰ ਲੈਣਗੇ। ਉਹਨਾਂ ਦੇ ਲਈ ਗਾਇਆ ਯਦਾ ਯਦਾ ਹੀ ਧਰਮਸਯ ਗਲਾਨੀ ਭਵਤੀ ਭਾਰਤ। ਜਦ ਬਿਲਕੁਲ ਪਤਿਤ ਬਣ ਜਾਂਦੇ ਨੇ, ਕਲਯੁਗ ਦਾ ਅੰਤ ਨੇੜੇ ਆ ਜਾਂਦਾ ਹੈ, ਤਾਂ ਮੈਨੂੰ ਆਉਣਾ ਪੈਂਦਾ ਹੈ। ਹੁਣ ਤੁਸੀਂ ਬੱਚੇ ਮੁਝ ਬਾਪ ਨੂੰ ਯਾਦ ਕਰੋ। ਬਾਬਾ ਪੁੱਛਦੇ ਨੇ, ਬਾਬਾ ਦੀ ਯਾਦ ਰਹਿੰਦੀ ਹੈ। ਕਹਿੰਦੇ ਨੇ ਬਾਬਾ ਘੜੀ ਘੜੀ ਭੁੱਲ ਜਾਂਦੇ ਹਾਂ। ਬਾਬਾ ਕਹਿਣ ਕਿਉਂ? ਲੌਕਿਕ ਬਾਪ ਨੂੰ ਤਾਂ ਕਦੇ ਨਹੀਂ ਭੁੱਲਦੇ। ਇਹ ਗੱਲ ਤਾਂ ਬਿਲਕੁਲ ਨਵੀਂ ਹੈ। ਬਾਪ ਨਿਰਾਕਾਰ ਇੱਕ ਬਿੰਦੀ ਹੈ। ਇਹ ਪ੍ਰੈਕਟਿਸ ਨਹੀਂ। ਕਹਿੰਦੇ ਨੇ ਨਾ ਅਸੀਂ ਤਾਂ ਨਾ ਕਦੇ ਅਜਿਹਾ ਸੁਣਿਆ, ਨਾ ਉਹਨਾਂ ਨੂੰ ਐਵੇਂ ਯਾਦ ਕੀਤਾ। ਦੇਵਤਾਵਾਂ ਨੂੰ ਇਹ ਗਿਆਨ ਨਹੀਂ ਰਹਿੰਦਾ। ਇਹ ਗਿਆਨ ਪ੍ਰਾਇਲੋਪ ਹੋ ਜਾਂਦਾ ਹੈ। ਉਹਨਾਂ ਨੂੰ ਸਵਦਰਸ਼ਨ ਚੱਕਰਧਾਰੀ ਵੀ ਨਹੀਂ ਕਹਾਂਗੇ। ਭਲੇ ਕਹਿੰਦੇ ਨੇ ਵਿਸ਼ਨੂੰ ਦੇ 2 ਰੂਪ ਲਕਸ਼ਮੀ ਨਾਰਾਇਣ ਬੰਦੇ ਨੇ। ਪ੍ਰਵਿਰਤੀ ਮਾਰਗ ਦੇ ਲਈ 2 ਰੂਪ ਦਿਖਾਉਂਦੇ ਨੇ। ਬ੍ਰਹਮਾ ਸਰਸਵਤੀ, ਸ਼ੰਕਰ ਪਾਰਵਤੀ, ਲਕਸ਼ਮੀ ਨਾਰਾਇਣ। ਉੱਚੇ ਤੇ ਉੱਚਾ ਹੈ ਇੱਕ, ਫਿਰ ਸੈਕਿੰਡ, ਥਰਡ। ਹੁਣ ਬਾਪ ਕਹਿੰਦੇ ਨੇ ਬੱਚੇ ਦੇਹ ਸਹਿਤ ਦੇ ਸਾਰੇ ਧਰਮਾਂ ਨੂੰ ਛੱਡੋ। ਆਪਣੇ ਆਪ ਨੂੰ ਆਤਮਾ ਸਮਝੋ। ਮੈਂ ਆਤਮਾ ਬਾਪ ਦਾ ਬੱਚਾ ਹਾਂ। ਮੈਂ ਸੰਨਿਆਸੀ ਨਹੀਂ ਹਾਂ। ਬਾਬਾ ਨੂੰ ਯਾਦ ਕਰੋ। ਇਸ ਦੇ ਧਰਮ ਨੂੰ ਭੁੱਲ ਜਾਓ। ਬੜਾ ਸਹਿਜ ਹੈ। ਹੁਣ ਤੁਸੀਂ ਬਾਪ ਦੇ ਨਾਲ ਬੈਠੇ ਹੋ। ਬਾਬਾ ਬ੍ਰਹਮਾ ਦੁਆਰਾ ਬੈਠ ਸਮਝਾਉਂਦੇ ਨੇ। ਬਾਪ ਦਾਦਾ ਦੋਨੋਂ ਕੰਬਾਈਨਡ ਨੇ। ਜਿਵੇਂ 2 ਬੱਚੇ ਇਕੱਠੇ ਪੈਦਾ ਹੁੰਦੇ ਨੇ ਨਾ, ਇੱਥੇ ਵੀ 2 ਦਾ ਪਾਠ ਇਕੱਠਾ ਚੱਲ ਰਿਹਾ ਹੈ। ਬੱਚਿਆਂ ਨੂੰ ਸਮਝਾਇਆ ਹੈ ਅੰਤ ਮਤੇ ਸੋਗਤੀ। ਜਦੋਂ ਸਰੀਰ ਛੱਡਦੇ ਨੇ ਉਸ ਸਮੇਂ ਬੁੱਧੀ ਕਿੱਥੇ ਚਲੀ ਗਈ? ਉੱਥੇ ਜਾ ਕੇ ਜਨਮ ਲੈਣਾ ਪਵੇਗਾ। ਅੰਤ ਕਾਲ ਪਤੀ ਦਾ ਮੂੰਹ ਵੇਖਦੇ ਨੇ, ਬੁੱਧੀ ਉੱਥੇ ਚਲੀ ਜਾਂਦੀ ਹੈ। ਅੰਤ ਕਾਲ ਜੋ ਜੀ ਸਮ੍ਰਿਤੀ ਵਿੱਚ ਰਹਿੰਦਾ, ਉਸ ਸਮੇਂ ਦਾ ਬੜਾ ਅਸਰ ਰਹਿੰਦਾ ਹੈ। ਅਗਰ ਉਸ ਸਮੇਂ ਸਮ੍ਰਿਤੀ ਰਹੀ ਕ੍ਰਿਸ਼ਨ ਜੈਵਾ ਬੱਚਾ ਬਣੋ ਤਾਂ ਗੱਲ ਨਾ ਪੁੱਛੋ। ਬਹੁਤ ਸੁੰਦਰ ਬੱਚਾ ਬਣ ਜਨਮ ਲੈਂਦੇ ਨੇ। ਹੁਣ ਤਾਂ ਅੰਤ ਮਤੇ ਇੱਕ ਦੀ ਲਗਨ ਰੱਖਣੀ ਹੈ ਨਾ। ਇਸ ਸਮੇਂ ਤੁਸੀਂ ਕੀ ਕਰ ਰਹੇ ਹੋ? ਜਾਣਦੇ ਹੋ ਅਸੀਂ ਸ਼ਿਵ ਬਾਬਾ ਨੂੰ ਯਾਦ ਕਰਦੇ ਹਾਂ। ਸਭ ਨੂੰ ਸਾਖਸ਼ਾਤਕਾਰ ਤਾਂ ਹੁੰਦਾ ਹੀ ਹੈ। ਮੁਕਟਧਾਰੀ ਕ੍ਰਿਸ਼ਨ ਵੀ ਹੈ, ਰਾਧੇ ਵੀ ਹੈ।
ਪ੍ਰਿੰਸ ਪ੍ਰਿੰਸੈਸ ਤਾਂ ਹੋਣਗੇ, ਪਰ ਕਦੋਂ? ਸਤਯੁਗ ਵਿੱਚ ਜਾਂ ਤ੍ਰੇਤਾ ਵਿੱਚ? ਉਹ ਵੀ ਸਾਰਾ ਪੁਰਸ਼ਾਰਥ ਤੇ ਹੈ। ਜਿੰਨਾ ਪੁਰਸ਼ਾਰਥ ਕਰੋਗੇ ਓਨਾ ਉੱਚ ਪਦ ਪਾਓਗੇ। ਤੁਸੀਂ ਕਹਿੰਦੇ ਹੋ ਅਸੀਂ ਤਾਂ 21 ਜਨਮਾਂ ਦੇ ਲਈ ਰਾਜਾ ਹੀ ਲਵਾਂਗੇ। ਮਾਮਾ ਬਾਬਾ ਲੈਂਦੇ ਨੇ ਤਾਂ ਕਿਉਂ ਨਹੀਂ ਅਸੀਂ ਵੀ ਫਾਲੋ ਕਰੀਏ। ਨਾਲੇਜ ਨੂੰ ਧਾਰਨ ਕਰ ਫਿਰ ਕਰਾਣਾ ਹੈ। ਐਨੀ ਸਰਵਿਸ ਕਰਨੀ ਹੈ ਤਾਂ 21 ਜਨਮਾਂ ਦੇ ਲਈ ਪ੍ਰਲਬਧ ਮਿਲੇਗੀ। ਸਕੂਲ ਵਿੱਚ ਜੋ ਚੰਗੀ ਤਰ੍ਹਾਂ ਪੁਰਸ਼ਾਰਥ ਨਹੀਂ ਕਰਦੇ ਘੱਟ ਮਾਰਕਸ ਲੈਂਦੇ ਨੇ। ਹੁਣ ਤੁਸੀਂ 5 ਵਿਕਾਰਾਂ ਰੂਪੀ ਮਾਇਆ ਰਾਵਣ ਤੇ ਜਿੱਤ ਪਾਉਂਦੇ ਹੋ। ਤੁਹਾਡੀ ਹੈ ਅਹਿੰਸਕ ਯੁੱਧ। ਜੇਕਰ ਰਾਮ ਨੂੰ ਨਿਸ਼ਾਨੀ ਨਾ ਦੇ ਤਾਂ ਸੂਰਜਵੰਸ਼ੀ ਚੰਦਰਵੰਸ਼ੀ ਕਿਵੇਂ ਕਿਹਾ ਜਾਏ? ਤਾਂ ਬਾਪ ਕਹਿੰਦੇ ਨੇ ਤੁਸੀਂ ਜਿੰਨਾ ਪੁਰਸ਼ਾਰਥ ਕਰੋਗੇ ਅੰਤ ਮਤੇ ਸੋ ਗਤੀ ਹੋਵੇਗੀ। ਦੇਹ ਦਾ ਵੀ ਖਿਆਲ ਨਾ ਹੋਵੇ, ਸਭ ਨੂੰ ਭੁੱਲਣਾ ਹੈ। ਬਾਪ ਕਹਿੰਦੇ ਨੇ ਅਸ਼ਰੀਰੀ ਆਏ ਸੀ, ਅਸ਼ਰੀਰੀ ਜਾਣਾ ਹੈ। ਐਨੀ ਛੋਟੀ ਜਿਹੀ ਬਿੰਦੀ ਇਹਨਾਂ ਕੰਨਾਂ ਨਾਲ ਸੁਣਦੀ ਹੈ, ਮੂੰਹ ਦੁਆਰਾ ਬੋਲਦੀ ਹੈ। ਅਸੀਂ ਆਤਮਾ ਇੱਕ ਸਰੀਰ ਛੱਡ ਦੂਜੇ ਵਿੱਚ ਜਾਂਦੇ ਹਾਂ। ਹੁਣ ਅਸੀਂ ਆਤਮਾਵਾਂ ਘਰ ਜਾ ਰਹੀਆਂ ਹਾਂ। ਬਾਬਾ ਵੱਡਾ ਸ਼ਿੰਗਾਰ ਕਰਾਉਂਦੇ ਨੇ, ਜਿਸ ਤੋਂ ਮਨੁੱਖ ਤੋਂ ਦੇਵਤਾ ਬਣ ਜਾਂਦੇ ਹਾਂ। ਤੁਸੀਂ ਜਾਣਦੇ ਹੋ ਸ਼ਿਵ ਬਾਬਾ ਨੂੰ ਯਾਦ ਕਰਨ ਨਾਲ ਅਸੀਂ ਅਜਿਹੇ ਬੰਦੇ ਹਾਂ। ਗੀਤਾ ਵਿੱਚ ਵੀ ਹੈ ਸਿਰਫ ਮੈਨੂੰ ਯਾਦ ਕਰੋ, ਵਰਸੇ ਨੂੰ ਯਾਦ ਕਰੋ ਤਾਂ ਤੁਸੀਂ ਸਵਰਗ ਦੇ ਮਾਲਕ ਬਣੋਗੇ। ਬਿਲਕੁਲ ਸਹਿਜ ਹੈ। ਸਮਝਦੇ ਵੀ ਨੇ ਬਰੋਬਰ। ਅਸੀਂ ਕਲਪ ਕਲਪ ਬ੍ਰਹਮਾ ਦੁਆਰਾ ਵਰਸਾ ਪਾਉਂਦੇ ਹਾਂ ਸ਼ਿਵ ਬਾਬਾ ਤੋਂ। ਗਾਉਂਦੇ ਵੀ ਨੇ ਬ੍ਰਹਮਾ ਦੁਆਰਾ ਸਥਾਪਨਾ ਦੇਵੀ ਦੇਵਤਾ ਧਰਮ ਦੀ। ਨਾਪਾਸ ਹੋਣ ਤੇ ਫਿਰ ਤ੍ਰੇਤਾ ਦੇ ਸ਼ਤਰੀਏ ਧਰਮ ਵਿੱਚ ਚਲੇ ਜਾਂਦੇ ਨੇ। ਬ੍ਰਹਮਾ ਦੁਆਰਾ ਬ੍ਰਾਹਮਣ ਦੇਵਤਾ ਸ਼ਤਰੀਏ ਤਿੰਨਾਂ ਧਰਮਾਂ ਦੀ ਸਥਾਪਨਾ ਹੁੰਦੀ ਹੈ। ਸਤਯੁਗ ਵਿੱਚ ਹੋਰ ਕੋਈ ਧਰਮ ਨਹੀਂ ਹੁੰਦੇ, ਹੋਰ ਸਭ ਬਾਅਦ ਵਿੱਚ ਆਉਂਦੇ ਨੇ। ਉਹਨਾਂ ਨਾਲ ਸਾਡਾ ਕੋਈ ਕਨੈਕਸ਼ਨ ਨਹੀਂ। ਭਾਰਤ ਵਾਸੀ ਭੁੱਲ ਗਏ ਨੇ ਅਸੀਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ ਹਾਂ। ਇਹ ਵੀ ਡਰਾਮਾ ਦਾ ਪਾਠ ਅਜਿਹਾ ਬਣਿਆ ਹੋਇਆ ਹੈ। ਅੱਛਾ ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ ਸ਼੍ਰੀਮਤ ਤੇ ਪੜ੍ਹਨ ਪੜ੍ਹਾਉਣ ਦਾ ਧੰਦਾ ਕਰਨਾ ਹੈ। ਡਰਾਮਾ ਦੀ ਭਾਵੀ ਤੇ ਅਟਲ ਰਹਿਣਾ ਹੈ। ਕਿਸੇ ਵੀ ਗੱਲ ਦਾ ਫਿਕਰ ਨਹੀਂ ਕਰਨਾ ਹੈ। ਦੂਜਾ ਅੰਤ ਕਾਲ ਵਿੱਚ ਬਾਪ ਦੇ ਸਿਵਾਏ ਕੋਈ ਵੀ ਯਾਦ ਨਾ ਆਵੇ। ਇਸ ਲਈ ਇਸ ਦੇਹ ਨੂੰ ਵੀ ਭੁੱਲਣ ਦਾ ਅਭਿਆਸ ਕਰਨਾ ਹੈ। ਅਸ਼ਰੀਰੀ ਬਣਨਾ ਹੈ। ਵਰਦਾਨ ਹੈ ਮਨ ਬੁੱਧੀ ਤੋਂ ਕਿਸੇ ਵੀ ਬੁਰਾਈ ਨੂੰ ਟੱਚ ਨਾ ਕਰਨ ਵਾਲੇ ਸੰਪੂਰਨ ਵੈਸ਼ਨਵ ਸਫਲ ਤਪਸਵੀ ਭਵ। ਮਨ ਬੁੱਧੀ ਤੋਂ ਕਿਸੇ ਵੀ ਬੁਰਾਈ ਨੂੰ ਟੱਚ ਨਾ ਕਰਨ ਵਾਲੇ ਸੰਪੂਰਨ ਵੈਸ਼ਨਵ ਸਫਲ ਤਪਸਵੀ ਭਵ। ਪਵਿੱਤਰਤਾ ਦੀ ਪਰਸਨੈਲਿਟੀ ਰਾਇਲਟੀ ਵਾਲੇ ਮਨ ਬੁੱਧੀ ਤੋਂ ਕਿਸੇ ਵੀ ਬੁਰਾਈ ਨੂੰ ਟੱਚ ਨਹੀਂ ਕਰ ਸਕਦੇ। ਜਿਵੇਂ ਬ੍ਰਾਹਮਣ ਜੀਵਨ ਵਿੱਚ ਸਰੀਰਿਕ ਆਕਰਸ਼ਣ ਸਰੀਰਿਕ ਟੱਚਿੰਗ ਅਪਵਿੱਤਰਤਾ ਹੈ, ਐਵੇਂ ਮਨ ਬੁੱਧੀ ਤੋਂ ਕਿਸੇ ਵਿਕਾਰ ਦੇ ਸੰਕਲਪ ਮਾਤਰ ਦੀ ਆਕਰਸ਼ਣ ਟੱਚਿੰਗ ਅਪਵਿੱਤਰਤਾ ਹੈ। ਕਿਸੇ ਵੀ ਬੁਰਾਈ ਨੂੰ ਸੰਕਲਪ ਵਿੱਚ ਵੀ ਟੱਚ ਨਾ ਕਰਨਾ, ਇਹੀ ਸੰਪੂਰਨ ਵੈਸ਼ਨਵ ਸਫਲ ਤਪਸਵੀ ਦੀ ਨਿਸ਼ਾਨੀ ਹੈ। ਸਲੋਗਨ ਹੈ ਮਨ ਦੀਆਂ ਉਲਝਣਾਂ ਨੂੰ ਖਤਮ ਕਰ ਵਰਤਮਾਨ ਤੇ ਭਵਿੱਖ ਨੂੰ ਉਜਵਲ ਬਣਾਓ। ਮਨ ਦੀਆਂ ਉਲਝਣਾਂ ਨੂੰ ਖਤਮ ਕਰ ਵਰਤਮਾਨ ਤੇ ਭਵਿੱਖ ਨੂੰ ਉਜਵਲ ਬਣਾਓ। ਅੱਛਾ ਓਮ ਸ਼ਾਂਤੀ।